ਇੱਕ ਬਾਜ਼ਾਰ ਦੇ ਵਿੱਚ ਨਾ ਇੱਕ ਕਸਾਈ ਰਹਿੰਦਾ ਸੀ ਜਿਹੜਾ ਕਿ ਮੁਰਗੀਆਂ ਨੂੰ ਜ਼ਿਬਾ ਕਰਦਾ ਸੀ। ਉਹਦੇ ਕੋਲ ਨਾ ਇੱਕ ਦਿਨ ਕਾਜ਼ੀ ਆ ਗਿਆ। ਕਾਜ਼ੀ ਸਾਹਿਬ ਜਿਹੜਾ ਕਿ ਪੂਰੇ ਗਾਉਂ ਦਾ ਫੈਸਲਾ ਕਰਦੇ ਸਨ। ਉਹਨਾਂ ਦਾ ਫੈਸਲਾ ਹਤਮੀ ਸਮਝਿਆ ਜਾਂਦਾ ਸੀ। ਜੋ ਉਹਨਾਂ ਨੇ ਫੈਸਲਾ ਕਰ ਦੇਣਾ ਹੁੰਦਾ ਸੀ ਨਾ, ਉਹ ਹੀ ਆਖਰੀ ਹੁੰਦਾ ਸੀ। ਉਹ ਨਾ ਕਸਾਈ ਕੋਲ ਆ ਗਏ, ਮੁਰਗੀ ਵਾਲੇ ਕੋਲ, ਅਤੇ ਮੁਰਗੀ ਵਾਲੇ ਨੂੰ ਕਹਿੰਦੇ ਨੇ ਕਿ ਇਹ ਜਿਹੜੀ ਮੁਰਗੀ ਪਈ ਹੈ ਨਾ ਦੇਸੀ, ਇਹ ਮੈਨੂੰ ਦੇ ਦੇ ਜ਼ਿਬਾ ਕਰਕੇ। ਉਹਨੇ ਕਿਹਾ ਕਿ ਜਨਾਬ ਇਹ ਨਾ ਬੰਦਾ ਕੋਈ ਦੇ ਕੇ ਗਿਆ, ਅਤੇ ਉਹ ਇਹਨੂੰ ਛੁਰੀ ਫੇਰ ਕੇ ਦੇ ਕੇ ਗਿਆ, ਅਤੇ ਉਹ ਕਹਿੰਦਾ ਕਿ ਇਹਦਾ ਗੋਸ਼ਤ ਬਣਾ ਦੇ, ਅਤੇ ਮੈਂ ਤੁਹਾਨੂੰ ਦੇ ਦਿੱਤੀ, ਅਤੇ ਉਹਨੇ ਆ ਕੇ ਤੇ ਮੈਨੂੰ ਪੁੱਛਣਾ। ਕਹਿੰਦਾ ਯਾਰ ਤੂੰ ਮੈਨੂੰ ਦੇ ਦੇ, ਜ਼ਿਆਦਾ ਤੋਂ ਜ਼ਿਆਦਾ ਕੀ ਕਰੇਗਾ, ਕੇਸ ਲੈ ਕੇ ਮੇਰੇ ਕੋਲ ਹੀ ਆਏਗਾ ਨਾ, ਅਤੇ ਮੈਂ ਆਪੇ ਸਾਂਭ ਲਾਂਗਾ। ਤੂੰ ਇੰਝ ਕਰ, ਇਹ ਮੁਰਗੀ ਮੈਨੂੰ ਪੈਕ ਕਰ ਦੇ। ਉਹਨੇ ਕਿਹਾ ਠੀਕ ਹੈ ਕਾਜ਼ੀ ਸਾਹਿਬ, ਜੇ ਤੁਸੀਂ ਕਹਿ ਰਹੇ ਹੋ ਤਾਂ ਕਰ ਦੇਣਾ। ਅਤੇ ਉਹ ਜਦੋਂ ਆਵੇ ਤਾਂ ਉਹਨੂੰ ਕੀ ਕਵਾਂ। ਅਤੇ ਕਾਜ਼ੀ ਸਾਹਿਬ ਕਹਿੰਦੇ ਨੇ ਕਿ ਜਦੋਂ ਉਹ ਬੰਦਾ ਆਵੇ ਨਾ, ਤਾਂ ਤੂੰ ਸਿਰਫ ਉਹਨੂੰ ਇੰਨਾ ਕਹਿਣਾ ਕਿ ਤੇਰੀ ਮੁਰਗੀ ਉੱਡ ਗਈ ਹੈ। ਉਹਨੇ ਕਿਹਾ ਕਾਜ਼ੀ ਸਾਹਿਬ ਕੋਈ ਗੱਲ ਕਰਨ ਵਾਲੀ ਕਰੋ। ਉਹ ਘਰੋਂ ਛੁਰੀ ਫੇਰ ਕੇ ਆਪ ਲਿਆਇਆ, ਅਤੇ ਮੈਂ ਹੁਣ ਉਹਨੂੰ ਕਹਿ ਦੇਵਾਂ ਕਿ ਤੇਰੀ ਮਰੀ ਕੁਕੜੀ ਉੱਡ ਗਈ ਹੈ। ਕਾਜ਼ੀ ਸਾਹਿਬ ਕਹਿੰਦਾ ਯਾਰ ਤੂੰ ਸਿਰਫ ਉਹਨੂੰ ਇੰਨਾ ਕਹਿ ਦੀ ਕਿ ਤੇਰੀ ਮੁਰਗੀ ਜਿਹੜੀ ਹੈ ਨਾ ਉਹ ਗਈ ਹੈ ਉੱਡ, ਅਤੇ ਬਾਕੀ ਗੱਲ ਜਿਹੜੀ ਹੈ ਨਾ ਉਹ ਮੈਂ ਆਪੇ ਸਾਂਭ ਲਾਂਗਾ। ਕਾਜ਼ੀ ਸਾਹਿਬ ਬੰਦਾ ਕਹਿੰਦਾ ਕਿ ਠੀਕ ਹੈ। ਕਾਜ਼ੀ ਸਾਹਿਬ ਨੂੰ ਗੋਸ਼ਤ ਬਣਾ ਕੇ ਦੇ ਦਿੰਦਾ। ਕਾਜ਼ੀ ਸਾਹਿਬ ਗੋਸ਼ਤ ਲੈ ਕੇ ਚਲੇ ਜਾਂਦੇ ਨੇ। ਉਹ ਬਾਅਦ 'ਚ ਉਹ ਬੰਦਾ ਆ ਜਾਂਦਾ ਅਤੇ ਕਹਿੰਦਾ ਕਿ ਹਾਂ ਬਈ ਮੁਰਗੀ ਮੇਰੀ ਬਣਾ ਦਿੱਤੀ। ਉਹ ਕਸਾਈ ਕਹਿੰਦਾ ਨਹੀਂ ਯਾਰ ਤੇਰੀ ਮੁਰਗੀ ਤਾਂ ਉੱਡ ਗਈ ਹੈ। ਉਹ ਕਹਿੰਦਾ ਤੇਰਾ ਦਿਮਾਗ ਤਾਂ ਠੀਕ ਹੈ, ਮੁਰਗੀ ਕਿੱਥੋਂ ਉੱਡ ਗਈ ਹੈ? ਘਰੋਂ ਛੁਰੀ ਫੇਰ ਕੇ ਮੈਂ ਆਪ ਲਿਆਇਆ ਵਾਂ, ਤੂੰ ਸਿਰਫ ਗੋਸ਼ਤ ਬਣਾਉਣਾ ਸੀ, ਮਰੀ ਕੁਕੜੀ ਡਾਤੀ ਹੈ ਤੂੰ ਜਾਣ ਕੇ ਲੱਗਾ ਤੂੰ ਮੁਰਗੀ ਕਿਸੇ ਨੂੰ ਵੇਚ ਦਿੱਤੀ ਹੈ, ਅਤੇ ਜਾਂ ਮੁਰਗੀ ਤੂੰ ਆਪ ਖਾ ਗਿਆ, ਅਤੇ ਮੈਨੂੰ ਨਹੀਂ ਪਤਾ, ਮੈਨੂੰ ਮੇਰੀ ਮੁਰਗੀ ਦੇ। ਉਹ ਕਹਿੰਦਾ ਜੀ ਉਹ ਆਪਣੀ ਗੱਲ ਤੋਂ ਨਾ ਮੁੜੇ, ਕਿਉਂਕਿ ਕਾਜ਼ੀ ਸਾਹਿਬ ਕਹਿ ਕੇ ਗਏ ਸੀ ਕਿ ਤੂੰ ਇਹੀ ਗੱਲ ਕਰਨੀ ਹੈ। ਉਹਨੇ ਕਿਹਾ ਭਾਈ ਤੇਰੀ ਮੁਰਗੀ ਗਈ ਹੈ ਉੱਡ। ਉਹ ਬੰਦਾ ਜਿਹੜਾ ਹੁੰਦਾ ਨਾ ਜਿਹਦੀ ਮੁਰਗੀ ਹੁੰਦੀ ਉਹ 4 ਬੰਦੇ ਇਕੱਠੇ ਕਰ ਲੈਂਦਾ। ਉਹ 4 ਬੰਦੇ ਇਕੱਠੇ ਹੋ ਜਾਂਦੇ ਨੇ। ਕਹਿੰਦਾ ਯਾਰ ਵੇਖੋ ਇਹਨੂੰ ਮੈਂ ਘਰੋਂ ਛੁਰੀ ਫੇਰ ਕੇ ਲਿਆ ਕੇ ਮੁਰਗੀ ਦਿੱਤੀ ਹੈ, ਇਹਨੂੰ ਮੈਂ ਕਿਹਾ ਗੋਸ਼ਤ ਬਣਾ ਦੇ, ਮੈਂ ਗਿਆ ਅੱਗੇ ਵਾਪਸੀ ਆਇਆ ਅਤੇ ਮੈਨੂੰ ਕਹਿੰਦਾ ਕਿ ਤੇਰੀ ਮੁਰਗੀ ਗਈ ਹੈ ਉੱਡ, ਅਤੇ ਇਹਦਾ ਕੀ ਹੱਲ ਕੀਤਾ ਹੈ? ਉਹ ਸਾਰੇ ਬੰਦੇ ਉਹਨੂੰ ਆਖਣ, ਉਹ ਕਹਿੰਦਾ ਕੋਈ ਖੁਦਾ ਦਾ ਖੌਫ ਖਾ ਕਸਾਈਆ, ਉਹ ਘਰੋਂ ਛੁਰੀ ਫੇਰ ਕੇ ਲਿਆਇਆ ਅਤੇ ਤੂੰ ਕਹਿੰਦਾ ਕਿ ਮੁਰਗੀ ਉੱਡ ਗਈ ਹੈ। ਉਹਦੀ ਗੱਲ ਪਾਈ ਉੱਥੇ ਹੀ, ਮੁਰਗੀ ਗਈ ਹੈ ਉੱਡ। ਉਹ ਬੰਦੇ ਨਾਲ ਉਹਨੂੰ ਫੜ ਕੇ ਅਤੇ ਕਹਿੰਦੇ ਨੇ ਇਹਨੂੰ ਕਾਜ਼ੀ ਕੋਲ ਲੈ ਜਾਂਦੇ ਹਾਂ। ਕਸਾਈ ਅੰਦਰੋਂ ਖੁਸ਼ ਹੋ ਗਿਆ, ਕਹਿੰਦਾ ਹੁਣ ਕਾਜ਼ੀ ਕੋਲ ਜਾਵਾਂਗੇ, ਚਲੋ ਬੱਚਤ ਹੋ ਜਾਏਗੀ। ਉਹ ਨਾ ਫੜ ਕੇ ਕਾਜ਼ੀ ਕੋਲ ਲੈ ਕੇ ਜਾ ਰਹੇ ਹੁੰਦੇ ਨੇ, ਅਤੇ ਅੱਗੇ ਨਾ 4 ਬੰਦੇ ਲੜ ਰਹੇ ਹੁੰਦੇ ਨੇ। ਉਹ 4 ਬੰਦੇ ਆਪਸ 'ਚ ਲੜ ਰਹੇ ਹੁੰਦੇ ਨੇ ਕਿ ਇਹ ਨਾ ਕਸਾਈ ਵੀ ਅੱਗੇ ਹੋ ਕੇ ਨਾ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਦਾ, ਛੱਡੋ ਛਡਾਉਂਦਿਆਂ ਨਾ ਇੱਕ ਬੰਦੇ ਦੇ ਨਾ ਅੱਖ 'ਚ ਨਾ ਉਂਗਲ ਲੱਗ ਜਾਂਦੀ ਹੈ ਇਹਦੀ ਕਸਾਈ ਦੀ, ਉਹਦਾ ਡੇਲਾ ਜ਼ਾਇਆ ਹੋ ਜਾਂਦਾ ਛਡਾਉਣ ਦੇ ਵਿੱਚ ਹੀ। ਉਹ ਜਿਹੜੇ ਆਪਸ 'ਚ ਲੜ ਰਹੇ ਹੁੰਦੇ ਨੇ ਨਾ ਉਹ ਛੱਡ ਕੇ ਅਤੇ ਕਸਾਈ ਨੂੰ ਫੜ ਲੈਂਦੇ ਨੇ। ਉਹਨੇ ਕਿਹਾ ਤੂੰ ਚੰਗਾ ਛਡਾਉਣ ਆਇਆ, ਬੰਦੇ ਸਾਡੇ ਦਾ ਡੇਲਾ ਕੱਢ ਦਿੱਤਾ ਤੂੰ। ਉਹਨੇ ਕਿਹਾ ਜੀ ਮੈਂ ਜਾਣ ਕੇ ਨਹੀਂ ਕੱਢਿਆ ਹੈ, ਉਹ ਮੇਰਾ ਹੱਥ ਵੱਜ ਗਿਆ ਅਤੇ ਉਹਦਾ ਡੇਲਾ ਨਿਕਲ ਗਿਆ। ਉਹਨੇ ਕਿਹਾ ਨਹੀਂ, ਇਹ ਕੰਮ ਜਿਹੜਾ ਨਾ ਕਾਜ਼ੀ ਕੋਲ ਜਾਏਗਾ, ਹੁਣ ਫੈਸਲਾ ਇਹਦਾ ਕਾਜ਼ੀ ਕੋਲ ਹੋਏਗਾ। ਉਹ ਕਹਿੰਦਾ ਚਲੋ ਜੀ। ਉਹ ਬੰਦੇ ਆਖਣ ਕਿ ਅਸੀਂ ਅੱਗੇ ਹੀ ਇਹਨੂੰ ਕਾਜ਼ੀ ਕੋਲ ਲੈ ਕੇ ਚੱਲੇ ਹਾਂ, ਸਾਡੀ ਮੁਰਗੀ ਖਾ ਗਿਆ, ਅਤੇ ਉੱਤੋਂ ਕਹਿੰਦਾ ਉੱਡ ਗਈ ਹੈ, ਅਤੇ ਤੁਸੀਂ ਵੀ ਆਈਓ ਨਾਲ ਹੀ। ਉਹਨੇ ਕਿਹਾ ਚਲੋ ਜੀ। ਉਹ ਬੰਦਾ ਜਿਹੜਾ ਹੁੰਦਾ ਨਾ ਕਸਾਈ, ਉਹ ਬੜਾ ਪਰੇਸ਼ਾਨ ਹੋ ਜਾਂਦਾ, ਕਹਿੰਦਾ ਮੁਰਗੀ ਦੇ ਕੇਸ ਤੋਂ ਤਾਂ ਕਾਜ਼ੀ ਬਚਾ ਲਏਗਾ, ਅਤੇ ਇਹ ਜਿਹੜਾ ਮੈਂ ਅੱਖ ਕੱਢ ਬੈਠਾ ਬੰਦੇ ਦੀ, ਇਹਦੇ ਤੋਂ ਤਾਂ ਫਸ ਜਾਵਾਂਗਾ ਮੈਂ, ਕੰਮ ਤਾਂ ਬੜਾ ਖ਼ਰਾਬ ਹੋ ਗਿਆ। ਉਹ ਨਾ ਦਾਲ ਆ ਕੇ ਨਾ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦਾ। ਉਹ ਅੱਗੇ ਲੱਗ ਕੇ ਦੌੜ ਲਾ ਦਿੰਦਾ, ਵਾਮ ਉਹਦੇ ਪਿੱਛੇ ਫੜੋ ਇਹਨੂੰ। ਉਹ ਮਸਜਿਦ ਦੇ ਮੀਨਾਰ 'ਤੇ ਚੜ੍ਹ ਜਾਂਦਾ। ਅਤੇ ਬੰਦੇ ਆਉਂਦੇ ਨੇ ਇਹਨੂੰ ਫੜੋ, ਇਹਨੂੰ ਲਾਓ ਥੱਲੇ। ਉਹ ਮਸਜਿਦ ਦੇ ਮੀਨਾਰ ਤੋਂ ਛਾਲ ਮਾਰ ਦਿੰਦਾ। ਥੱਲੇ ਇੱਕ ਬਾਬਾ ਜਾ ਰਿਹਾ ਹੁੰਦਾ, ਉਹ ਬਾਬੇ ਦੇ ਉੱਤੇ ਆ ਕੇ ਡਿੱਗਦਾ, ਅਤੇ ਬਾਬੇ ਹਰੀ ਮਰ ਜਾਂਦੇ ਨੇ ਥੱਲੋਂ। ਬੰਦਾ ਫਿਰ ਕਸਾਈ ਜਿਹੜਾ ਨਾ ਫਿਰ ਬਚ ਜਾਂਦਾ। ਜਿਹਨਾਂ ਦਾ ਬਾਬਾ ਹੁੰਦਾ ਨਾ ਉਹ ਆ ਜਾਂਦੇ ਨੇ। ਉਹਨੇ ਕਿਹਾ ਤੂੰ ਸਾਡਾ ਬਾਬਾ ਮਾਰ ਦਿੱਤਾ, ਤੂੰ ਇਹ ਕੀ ਜ਼ੁਲਮ ਕੀਤਾ? ਬਾਬੇ ਹਰੀ ਨਮਾਜ਼ ਪੜ੍ਹਨ ਜਾ ਰਹੇ ਸੀ, ਤੂੰ ਬਾਬੇ 'ਤੇ ਛਾਲ ਮਾਰੀ ਅਤੇ ਬਾਬਾ ਮਰ ਗਿਆ ਸਾਡਾ। ਫੈਸਲਾ ਜਾਏਗਾ ਕਾਜ਼ੀ ਕੋਲ। 3 ਕੇਸ ਹੋ ਜਾਂਦੇ ਨੇ ਭਾਈ ਕਸਾਈ ਦੇ ਉੱਤੇ। ਕਸਾਈ ਅੰਦਰੋਂ ਅੰਦਰ ਬਹੁਤ ਪਰੇਸ਼ਾਨ ਕਿ ਕਾਜ਼ੀ ਸਾਹਿਬ ਨੇ ਤਾਂ ਮੁਰਗੀ ਤੋਂ ਬਚਾ ਲੈਣਗੇ, ਅਤੇ ਆਹ ਜਿਹੜੇ 2 ਕੇਸ ਨੇ ਇਹਦੇ ਵਾਸਤੇ ਤਾਂ ਮੈਂ ਮਰ ਗਿਆ ਵਾਂ। ਉਹ ਜੀ ਕਾਜ਼ੀ ਕੋਲ ਲੈ ਜਾਂਦੇ ਨੇ, ਅਤੇ ਕਾਜ਼ੀ ਸਾਹਿਬ ਨੂੰ ਕਹਿੰਦੇ ਨੇ ਕਿ ਜੀ ਕੇਸ ਆਇਆ ਇੱਕ ਕਸਾਈ ਦੇ ਖਿਲਾਫ। ਉਹ ਕਾਜ਼ੀ ਸਮਝ ਜਾਂਦਾ, ਕਹਿੰਦਾ ਮੁਰਗੀ ਦਾ ਕੇਸ ਹੈ, ਕਹਿੰਦਾ ਉਹਨੂੰ ਲੈ ਆਓ ਅੰਦਰ। ਉਹ ਜਦੋਂ ਅੰਦਰ ਲੈ ਕੇ ਆਉਂਦੇ ਨੇ ਉਹਨਾਂ ਦੇ ਪਿੱਛੇ ਵਾਹਵਾ ਸਾਰੀ ਆਵਾਮ ਹੁੰਦੀ ਹੈ। ਉਹ ਕਾਜ਼ੀ ਕਹਿੰਦਾ ਉਹ ਇੰਨੀ ਆਵਾਮ ਕੀ ਕਰ ਦਿੱਤਾ ਕਸਾਈ ਨੇ? ਉਹਨੇ ਕਿਹਾ ਜੀ ਇਹਨੇ ਬਹੁਤ ਕੁਛ ਕੀਤਾ। ਆਂਦਾ ਅੱਛਾ, ਕਹਿੰਦਾ ਚਲੋ ਫਿਰ ਇੱਕ ਇੱਕ ਕਰਕੇ ਦੱਸੋ ਇਹਨੇ ਕੀ ਕੀਤਾ।
ਹੁਣ ਕਾਜ਼ੀ ਨੇ ਭਾਈ ਮੁਰਗੀ ਖਾਧੀ ਸੀ, ਕਾਜ਼ੀ ਨੇ ਕਸਾਈ ਨੂੰ ਬਚਾਉਣਾ ਹੀ ਬਚਾਉਣਾ ਸੀ। ਉਹ ਭਾਵੇਂ ਇੱਕ ਕੇਸ ਹੁੰਦਾ ਤੇ ਭਾਵੇਂ 4 ਕੇਸ ਹੁੰਦੇ। ਹੁਣ ਕਾਜ਼ੀ ਦੀ ਅਕਲਮੰਦੀ ਦੀ ਵਜ੍ਹਾ ਤੋਂ ਵੇਖੋ ਕਿਵੇਂ ਬਚਦਾ ਉਹ ਕਹਿੰਦਾ ਹਾਂ ਬਈ ਤੂੰ ਦੱਸ। ਉਹ ਕਹਿੰਦਾ ਜਨਾਬ ਕਾਜ਼ੀ ਸਾਹਿਬ ਮੈਂ ਘਰੋਂ ਮੁਰਗੀ ਲਿਆਇਆ, ਛੁਰੀ ਫੇਰ ਕੇ ਤਕਬੀਰ ਪੜ੍ਹ ਕੇ ਜ਼ਿਬਾ ਕਰਕੇ ਲਿਆਇਆ, ਇਹਨੂੰ ਮੈਂ ਦਿੱਤੀ ਹੈ ਕਿ ਸਿਰਫ ਤੂੰ ਇਹਦਾ ਗੋਸ਼ਤ ਬਣਾਉਣਾ ਤੇ ਮੈਂ ਅੱਗੋਂ ਹੋ ਕੇ ਆਇਆ। ਵਾਪਸੀ ਜਦੋਂ ਮੈਂ ਆਇਆ ਤੇ ਮੈਨੂੰ ਕਹਿੰਦਾ ਕਿ ਤੇਰੀ ਮੁਰਗੀ ਉੱਡ ਗਈ ਹੈ। ਕਾਜ਼ੀ ਸਾਹਿਬ ਕਹਿੰਦਾ ਅੱਛਾ। ਕਹਿੰਦਾ ਹਾਂ ਬਈ ਕਸਾਈਆ ਦੱਸ ਕੀ ਮਾਜਰਾ। ਕਸਾਈ ਫਿਰ ਉੱਥੇ ਹੀ ਮੁਰਗੀ ਉੱਡ ਗਈ ਹੈ ਜੀ। ਕਹਿੰਦਾ ਠੀਕ ਹੋ ਗਿਆ। ਕਾਜ਼ੀ ਸਾਹਿਬ ਕਹਿੰਦੇ ਨੇ ਕਿ ਉਹਨੂੰ ਕਿ ਯਾਰ ਤੇਰੀ ਮੁਰਗੀ ਉੱਡ ਗਈ ਹੈ, ਹੁਣ ਦੱਸ ਇਹਦਾ ਕੋਈ ਹੱਲ। ਕਹਿੰਦਾ ਜਨਾਬ ਕਿਹੋ ਜਿਹੀ ਗੱਲ ਕਰ ਰਹੇ ਹੋ, ਮੈਂ ਛੁਰੀ ਫੇਰ ਕੇ ਆਪ ਲਿਆਇਆ। ਕਾਜ਼ੀ ਸਾਹਿਬ ਕਹਿੰਦੇ ਨੇ ਯਾਰ ਤੂੰ ਮੈਨੂੰ ਇਹ ਦੱਸ ਕਿ ਤੂੰ ਇਹ ਚੀਜ਼ ਮੰਨਣਾ ਹੈ ਕਿ ਅੱਲਾਹ ਤਾਲਾ ਹਰ ਚੀਜ਼ ਨੂੰ ਜ਼ਿੰਦਾ ਕਰ ਸਕਦਾ ਹੈ। ਉਹਨੇ ਕਿਹਾ ਜੀ ਮੰਨਣਾ ਵਾ। ਤੇ ਕਹਿੰਦਾ ਫਿਰ ਇਹ ਮੰਨ ਕੇ ਤੇਰੀ ਮੁਰਗੀ ਤੂੰ ਛੁਰੀ ਫੇਰ ਕੇ ਲਿਆਇਆ ਜ਼ਿੰਦਾ ਹੋ ਗਈ ਹੋਣੀ ਤੇ ਉੱਡ ਗਈ ਹੋਣੀ ਹੈ, ਇਹ ਮੰਨਣਾ ਨਹੀਂ ਹੈ ਤੂੰ ਕਿ ਅੱਲਾਹ ਤਾਲਾ ਜ਼ਿੰਦਾ ਕਰ ਸਕਦਾ। ਕਹਿੰਦਾ ਜੀ ਮੰਨਣਾ ਵਾ। ਕਹਿੰਦਾ ਜੇ ਨਹੀਂ ਮੰਨਦਾ ਤੇ ਫਿਰ ਦੱਸ। ਕਹਿੰਦਾ ਨਹੀਂ ਜੀ ਮੈਂ ਮੰਨਣਾ ਵਾ ਕਿ ਅੱਲਾਹ ਤਾਲਾ ਜ਼ਿੰਦਾ ਕਰ ਸਕਦਾ। ਆਂਦਾ ਫਿਰ ਜੇ ਕਰ ਦਿੱਤੀ ਹੋਈ ਜ਼ਿੰਦਾ ਤੇ ਉਹ ਉੱਡ ਗਈ ਹੈ ਤੇ ਫਿਰ। ਕਹਿੰਦਾ ਜੇ ਇਹਦੇ ਤੇ ਤੈਨੂੰ ਸ਼ੱਕ ਹੈ ਕੋਈ ਤਾਂ ਦੱਸ। ਕਹਿੰਦਾ ਨਹੀਂ ਜੀ ਮੈਨੂੰ ਕੋਈ ਸ਼ੱਕ ਨਹੀਂ, ਫਿਰ ਉੱਡ ਹੀ ਗਈ ਹੋਣੀ ਹੈ, ਤੁਸੀਂ ਹੁਣ ਝੂਠ ਤਾਂ ਨਹੀਂ ਨਾ ਮਾਰ ਸਕਦੇ। ਉਹਨੇ ਕਿਹਾ ਠੀਕ ਹੈ ਜੀ। ਦੂਸਰਾ ਕੇਸ ਕੀ ਹੈ ਜੀ ਇਹਦੇ ਤੇ। ਉਹਨੇ ਕਿਹਾ ਜੀ ਇਹਨੇ ਸਾਡੇ ਬੰਦੇ ਦੀ ਅੱਖ ਕੱਢ ਦਿੱਤੀ ਹੈ ਤੇ ਅਸੀਂ ਵੀ ਨਾ ਇਹਦੇ ਕੋਲ ਬਦਲਾ ਲੈਣਾ। ਤੇ ਕਾਜ਼ੀ ਕਹਿੰਦਾ ਅੱਛਾ ਕੀ ਬਦਲਾ ਲੈਣਾ। ਉਹਨੇ ਕਿਹਾ ਜੀ ਇਹ ਬੰਦਾ ਛਡਾਉਣ ਲੱਗਾ ਸੀ, ਇਹਨੇ ਅੱਖ 'ਚ ਵਿੱਚ ਉਂਗਲ ਮਾਰੀ ਹੈ ਤੇ ਅੱਖ ਕੱਢ ਦਿੱਤੀ ਹੈ। ਕਾਜ਼ੀ ਸਾਹਿਬ ਕਹਿੰਦੇ ਨੇ ਅੱਛਾ ਬਈ। ਕਾਜ਼ੀ ਸਾਹਿਬ ਕਹਿੰਦਾ ਤੁਹਾਡਾ ਮਸਲਕ ਕੀ ਹੈ। ਉਹਨੇ ਕਿਹਾ ਜੀ ਅਸੀਂ ਈਸਾਈ ਹੁੰਦੇ ਹਾਂ, ਕ੍ਰਿਸਚੀਅਨ। ਉਹਨੇ ਕਿਹਾ ਅੱਛਾ। ਉਹਨੇ ਕਿਹਾ ਜੀ ਗੱਲ ਇਸ ਤਰ੍ਹਾਂ ਕਿ ਮੁਸਲਮਾਨ ਅਤੇ ਗੈਰ ਮੁਸਲਿਮ ਦੇ ਵਿੱਚ ਇੰਨਾ ਫ਼ਰਕ ਹੈ ਕਿ ਮੁਸਲਮਾਨ ਨੂੰ ਇਜਾਜ਼ਤ ਹੈ ਕਿ ਉਹ ਗੈਰ ਮੁਸਲਿਮ 'ਤੇ 2 ਵਾਰ ਕਰੇ ਅਤੇ ਫਿਰ ਜਾ ਕੇ ਗੈਰ ਮੁਸਲਿਮ ਉਹਦੇ 'ਤੇ 1 ਵਾਰ ਕਰ ਸਕਦਾ। ਉਹਨੇ ਤੇਰੀ 1 ਅੱਖ ਕੱਢੀ ਹੈ, ਉਹ ਤੇਰੀ ਦੂਸਰੀ ਵੀ ਅੱਖ ਕੱਢੇਗਾ ਅਤੇ ਤਾਂ ਜਾ ਕੇ ਤੂੰ ਉਹਦੀ 1 ਅੱਖ ਕੱਢ ਸਕਣਾ ਅਤੇ ਸਿੱਧਾ ਹੋ ਗਈ ਤੇਰੀ। ਉਹ ਕਸਾਈ ਨੂੰ ਕਹਿੰਦਾ ਮਾਰ ਇਹਦੀ ਦੂਸਰੀ ਅੱਖ 'ਚ ਵੀ ਉਂਗਲ ਅਤੇ ਬਦਲੇ 'ਚ ਤੇਰੀ 1 ਅੱਖ ਕੱਢ ਦੇਗਾ। ਉਹ ਜਿਹਦੀ ਅੱਗੇ 1 ਅੱਖ ਨਿਕਲੀ ਹੁੰਦੀ ਹੈ ਉਹ ਕਹਿੰਦਾ ਨਾ ਜੀ ਨਾ ਮੇਰੀ ਤਾਂ ਅੱਗੇ 1 ਨਿਕਲ ਗਈ ਹੈ, ਦੂਜੀ ਵੀ ਕੱਢ ਦੇਗਾ ਮੈਂ ਤਾਂ ਅੰਨਾ ਹੋ ਜਾਵਾਂਗਾ। ਉਹਨੇ ਕਿਹਾ ਭਾਈ ਇਨਸਾਫ ਤਾਂ ਇਹ ਹੀ ਹੈ ਕਿ ਇਹ ਤੇਰੀਆਂ 2 ਕੱਢੇਗਾ ਤਾਂ ਤੂੰ ਇਹਦੀ 1 ਕੱਢ ਸਕਣਾ, ਹੁਣ ਤੇਰੇ ਹੱਥ ਫੈਸਲਾ ਦੱਸ ਕੀ ਕਰਨਾ। ਉਹ ਕਹਿੰਦਾ ਜਿਹੜੀ 1 ਕੱਢੀ ਹੈ ਨਾ ਮੈਂ ਇਹਨੂੰ ਮਾफ़ ਕਰਨਾ ਵਾ। ਕਹਿੰਦਾ ਚਲੋ ਜੀ ਇਹ ਵੀ ਕੇਸ ਹੋ ਗਿਆ ਬਾਰੀ। ਤੀਸਰਾ ਕੇਸ ਕੀ ਹੈ ਬਈ। ਤੀਸਰਾ ਕੇਸ ਉਹ ਕਹਿੰਦੇ ਨੇ ਜੀ ਇਹਨੇ ਸਾਡਾ ਬਾਬਾ ਮਾਰ ਦਿੱਤਾ। ਕਹਿੰਦਾ ਕਿਸ ਤਰ੍ਹਾਂ ਮਾਰਿਆ ਬਈ। ਉਹਨੇ ਕਿਹਾ ਜੀ ਇਸ ਤਰ੍ਹਾਂ ਮਸੀਤ 'ਤੇ ਚੜ੍ਹਿਆ, ਮਸੀਤ ਦੇ ਮਨਾਰ 'ਤੇ, ਉੱਥੋਂ ਇਹਨੇ ਛਾਲ ਮਾਰੀ, ਥੱਲੇ ਸਾਡਾ ਬਾਬਾ ਸੀ ਅਤੇ ਬਾਬਾ ਜਿਹੜਾ ਮਰ ਗਿਆ ਅਤੇ ਇਹਦਾ ਕੋਈ ਹਾਲ ਦੱਸੋ। ਕਹਿੰਦਾ ਠੀਕ ਹੈ। ਕਹਿੰਦੇ ਵਾਰਿਸ ਕਿੱਥੇ ਨੇ ਬਾਬੇ ਦੇ। ਉਹਨੇ ਕਿਹਾ ਜੀ ਇਹ ਖਲੋਤੇ ਨੇ। ਕਹਿੰਦਾ ਚਲੋ ਜੀ ਉੱਥੇ ਮਨਾਰ 'ਤੇ ਲੈ ਜਾਂਦੇ ਹਾਂ ਇਸ ਬੰਦੇ ਨੂੰ, ਕਸਾਈ ਨੂੰ, ਇਹਨੂੰ ਉੱਥੇ ਹੀ ਖਿਲਾਰਨੇ ਆ ਜਿੱਥੇ ਤੁਹਾਡਾ ਬਾਬਾ ਖਲੋਤਾ ਸੀ ਅਤੇ ਜਿਹੜੇ ਵਾਰਿਸ ਨੇ ਨਾ ਉਹ ਉੱਤੇ ਚੜ੍ਹਨ ਮਨਾਰ 'ਤੇ ਅਤੇ ਛਾਲ ਮਾਰਨ ਇਹਦੇ ਉੱਤੇ ਅਤੇ ਕਸਾਈ ਨੂੰ ਮਾਰਨ ਇੰਝ ਹੀ ਜਿਵੇਂ ਤੁਹਾਡਾ ਬਾਬਾ ਮਰਿਆ। ਉਹਨੇ ਕਿਹਾ ਜਨਾਬ ਜੇ ਇਹ ਅੱਗੇ ਪਿੱਛੇ ਹੋ ਗਿਆ ਫਿਰ ਤਾਂ ਅਸੀਂ ਮਰ ਜਾਵਾਂਗੇ। ਉਹਨੇ ਕਿਹਾ ਭਾਈ ਹਾਲ ਤਾਂ ਇਹ ਹੀ ਹੈ ਕਿ ਜਿਸ ਤਰ੍ਹਾਂ ਤੁਹਾਡਾ ਬਾਬਾ ਮਰਿਆ ਨਾ ਉਸੇ ਤਰ੍ਹਾਂ ਹੀ ਤੁਸੀਂ ਇਹਨੂੰ ਮਾਰੋ, ਜੇ ਮਾਰ ਸਕਦੇ ਹੋ ਤਾਂ ਦੱਸੋ। ਉਹ ਵਾਰਿਸ ਆਖਣ ਕਿ ਬਾਬਾ ਤਾਂ ਗਿਆ ਮਾਰ, ਜੇ ਅੱਗੋਂ ਪਿੱਛੇ ਜੇ ਛਾਲ ਮਾਰਨ ਲੱਗਿਆ ਇਹ ਅੱਗੇ ਪਿੱਛੇ ਹੋ ਗਿਆ ਥੱਲੋਂ ਅਤੇ ਅਸੀਂ ਵੀ ਨਾਲ ਹੀ ਮਰ ਜਾਵਾਂਗੇ। ਉਹਨੇ ਕਿਹਾ ਜੀ ਛੱਡੋ ਪਰਾਂ, ਅਸੀਂ ਨਹੀਂ ਬਦਲਾ ਲੈਣਾ। ਬਾਬਾ ਜਿਹੜਾ ਮਰਨਾ ਸੀ ਉਹ ਮਰ ਗਿਆ ਹਾਦਸਾਤੀ ਤੌਰ 'ਤੇ ਬਰੀ ਹੋ ਜਾਂਦਾ ਉੱਥੋਂ ਵੀ, ਉਸ ਕੇਸ ਤੋਂ ਵੀ। ਉਹ ਕਸਾਈ ਕਹਿੰਦਾ ਮਿਹਰਬਾਨੀ ਕਾਜ਼ੀ ਸਾਹਿਬ ਜਿਹੜਾ ਤੁਸੀਂ ਮੈਨੂੰ ਸਾਰੇ ਕੇਸਾਂ ਤੋਂ ਬਚਾ ਲਿਆ। ਕਾਜ਼ੀ ਸਾਹਿਬ ਕਹਿੰਦਾ ਖੁਦਾ ਦਿਆ ਬੰਦਿਆ ਅੱਗੋਂ ਤੋਂ ਬਾਅਦ ਮੈਂ ਤੇਰੇ ਕੋਲ ਮੁਰਗੀ ਲੈਣ ਨਹੀਂ ਆਉਂਦਾ। ਉਹ ਅੱਲਾ ਦੇ ਬੰਦਿਆ ਤੈਨੂੰ ਮੈਂ ਸਿਰਫ ਮੁਰਗੀ ਦੇ ਕੇਸ ਦਾ ਕਿਹਾ ਸੀ, ਤੂੰ ਤਾਂ 4-5 ਕੇਸ ਹੋਰ ਇਕੱਠੀ ਕਰੀ ਲਿਆਣਾ। ਅਗਲੀ ਵਾਰੀ ਮੈਂ ਤੇਰੇ ਕੋਲ ਲੈ ਆਇਆ ਤੂੰ ਤਾਂ ਪੂਰਾ ਪਿੰਡ ਇਕੱਠਾ ਕਰਕੇ ਲੈ ਆਵੇਂਗਾ। ਖੁਦਾ ਦਿਆ ਬੰਦਿਆ ਜਾ। ਇਸ ਵਾਸਤੇ ਕਹਿੰਦੇ ਨੇ ਕਿ ਅਕਲ ਜਿਹੜੀ ਹੈ ਨਾ, ਅਕਲ ਉਹ ਹਮੇਸ਼ਾ ਤਾਕਤਵਰ 'ਤੇ ਰਾਜ ਕਰਦੀ ਹੈ। ਇਸ ਵਾਸਤੇ ਅਕਲ ਹੋਣਾ ਬਹੁਤ ਜ਼ਰੂਰੀ ਹੈ। ਨਾਜ਼ਰੀਨ ਤੁਹਾਨੂੰ ਇਹ ਕਹਾਣੀ ਕੈਸੀ ਲੱਗੀ। ਮਜ਼ੀਦ ਐਸੀਆਂ ਹੀ ਦਿਲਚਸਪ ਕਹਾਣੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਠੀਕ ਹੈ ਜਨਾਬ, ਮਿਲਾਂਗੇ ਕੱਲ੍ਹ ਸ਼ਾਮ ਫਿਰ 7 ਵਜੇ ਇੱਕ ਨਵੀਂ ਦਿਲਚਸਪ ਕਹਾਣੀ ਦੇ ਨਾਲ। ਉਦੋਂ ਤੱਕ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾ ਹਾਫਿਜ਼।